Good morning, student. In this lecture, we will learn about the care of larvae in the silkworm production. In the production of silk, how we can take care of the silk larvae. So, the larvae should be reared in a room under strict hygienic condition. मतलब जिस room ਦੇ ਵਿੱਚ ਅਸੀਂ ਲਾਰਵਾ ਰੱਖਿਆ ਹੋਇਆ ਹੈਗਾ ਉਹਦੀਆਂ ਕੰਡੀਸ਼ਨਸ ਜਿਹੜੀਆਂ ਹੈਗੀਆਂ ਉਹ ਬਹੁਤ ਸਾਫ਼ ਹੋਣਾ ਚਾਹੀਦਾ, ਹਾਈਜੀਨਿਕ ਹੋਣਾ ਚਾਹੀਦਾ ਹੈਗਾ। ਔਰ ਲੀਵਸ ਜਿਹੜੇ ਹੋਣੇ ਚਾਹੀਦੇ ਆ ਅਸੀਂ ਮਲਬਰੀ ਅਗਰ ਨੋਨ ਮਲਬਰੀ ਜੋ ਵੀ ਰੀਅਰ ਕਰਨੇ ਹੈਗੇ ਆ ਸਿਲਕਵਰਮ ਉਹਦੇ ਵਾਸਤੇ ਸਟੈਂਡਰਡ ਸਕੂਲੈਂਟ ਲੀਵਸ ਲੈਣੇ ਹੈਗੇ ਆ ਔਰ ਉਹਦਾ ਕੰਟੈਂਟ ਜਿਹੜਾ ਹੋਣਾ ਚਾਹੀਦਾ ਹੈਗਾ ਮਾਇਸਚਰ ਦਾ ਬਹੁਤ ਅੱਛਾ ਹੋਣਾ ਚਾਹੀਦਾ ਹੈਗਾ ਔਰ ਮੋਸਟਲੀ ਸੌਫਟ ਵੀ ਹੋਣੇ ਚਾਹੀਦੇ ਹੈਗੇ ਆ ਅਗਰ ਅਸੀਂ ਓਲਡ ਇਨ ਸਟਾਰਸ ਲੈਂਦੇ ਹੈਗੇ ਆ ਅਗਰ ਤਾਂ ਯੰਗ ਲੈਂਦੇ ਹੈਗੇ ਆ ਮਤਲਬ 1 ਐਂਡ 2 ਇਨ ਸਟਾਰਸ ਲੈਂਦੇ ਹੈਗੇ ਆ ਆਪਾਂ ਲਾਰਵੀ ਤੇ ਉਦੋਂ ਜਿਹੜਾ ਹੈਗਾ ਟੈਂਡਰ ਔਰ ਸਕੂਲੈਂਟ ਲੀਵਸ ਹੋਣੇ ਚਾਹੀਦੇ ਆ ਹਾਈ ਮਾਇਸਚਰ ਕੰਟੈਂਟ ਹੋਣਾ ਚਾਹੀਦਾ ਜੇ ਓਲਡ ਹੈਗੇ ਆ ਤਾਂ ਫਿਰ ਆਪਾਂ ਸੌਫਟ ਲੀਵਸ ਲੈਣੇ ਹੈਗੇ ਤੇ ਲੈਸ ਮਾਇਸਚਰ ਲੈਣਾ ਹੈਗਾ ਸੋ ਜਿਹੜੇ ਮਲਬਰੀ ਲੀਵਸ ਹੈਗੇ ਆ ਲਾਰਵਾ ਨੂੰ ਅਸੀਂ ਪਾਣੇ ਹੈਗੇ ਆ ਉਹਨੂੰ ਅਸੀਂ ਚੌਪ ਕਰਕੇ ਪਾਣਾ ਹੈਗਾ ਤੇ ਸਿਕੁਅਰ ਲੀਵਸ ਜਿਹੜੇ ਹੈਗੇ ਆ ਉਹ ਹਮੇਸ਼ਾ ਹੀ ਬੈਸਟ ਹੁੰਦੇ ਹੈਗੇ ਆ ਜਦੋਂ ਕਿ ਹਵਾ ਜਿਹੜੀ ਹੈਗੀ ਆ ਉਹ ਡਰਾਈ ਹੋਵੇ ਕਿਉਂਕਿ ਦੇ ਪ੍ਰੀਵੈਂਟ ਰੈਪਿਡ ਵਿਦਰਿੰਗ So long thin strips or oblong pieces are suitable when the season is wet. So season ਦੇ ਅਕੋਰਡਿੰਗ ਅਸੀਂ ਜਿਹੜੀ ਹੈਗੀ ਕਟਿੰਗ ਕਰਨੀ ਹੈਗੀ ਹੈ ਲੌਂਗ ਥਿਨ ਸਟ੍ਰਿਪਸ ਅਗਰ ਥੋੜੀ ਵੈਟ ਹੈ ਸੀਜ਼ਨ ਥੋੜਾ ਵੈਟ ਹੈਗਾ ਤਾਂ ਸਟ੍ਰਿਪਸ ਵੀ ਅਸੀਂ ਕੱਟ ਕੇ ਪਾ ਸਕਦੇ ਹੈਗੇ ਆ ਜਾਂ ਓਬਲੋਂਗ ਪੀਸ ਵੀ ਪਾ ਸਕਦੇ ਹਾਂ ਟ੍ਰਾਇੰਗੂਲਰ ਲੀਵਸ ਜਿਹੜੇ ਹੈਗੇ ਆ ਟੇਕ ਲੈਸ ਲੇਬਰ ਐਂਡ ਹੈਂਸ ਕੈਨ ਬੀ ਗਿਵਨ ਟੂ ਓਲਡ ਵਾਲੇ ਸਟਾਰਸ ਜਿਹੜੇ ਹੈਗੇ ਲਾਰਵੇ ਉਹਨਾਂ ਨੂੰ ਅਸੀਂ ਟ੍ਰਾਇੰਗੂਲਰ ਲੀਵਸ ਦੇ ਸਕਦੇ ਹੈਗੇ ਸੋ ਦੈਟ ਦੇ ਕੈਨ ਕੰਜ਼ਿਊਮ ਇਨ ਅ ਲਾਰਜ ਕੁਆਂਟਿਟੀ ਅਤੇ ਫੀਡ ਬੈਡ ਅਸੀਂ ਕਿੱਦਾਂ ਦਾ ਬਣਾਉਣਾ ਹੈਗਾ ਫੀਡ ਬੈਡ ਕੀ ਹੈਗੇ ਆ ਉਹਦੇ ਅਸੀਂ ਪਹਿਲਾਂ ਅਸੀਂ ਕੀ ਕਰਨਾ ਹੈਗਾ ਚੌਪਡ ਲੀਵਸ ਜਿਹੜੇ ਹੈਗੇ ਉਹਨੂੰ ਸਪਰੈਡ ਕਰ ਦੇਣਾ ਟਰੇ ਦੇ ਉੱਪਰ ਐਂਡ ਟਰੇ ਤੋਂ ਚੌਪਡ ਲੀਵਸ ਤੋਂ ਬਾਅਦ ਓਵਰ ਅ ਲਾਰਜ ਏਰੀਆ ਕਾਫੀ ਜ਼ਿਆਦਾ ਇਹਨੂੰ ਅਸੀਂ ਵਿਛਾ ਦੇਣਾ ਹੈਗਾ ਸੇ ਉਸ ਤੋਂ ਬਾਅਦ ਅਸੀਂ ਫਾਈਨਲੀ ਚੌਪਡ ਮਲਬਰੀ ਲੀਵਸ ਠੀਕ ਹੈ ਉਹਨੂੰ ਅਸੀਂ ਈਵਨਲੀ ਸਕੈਟਰ ਕਰਨਾ ਹੈ ਕਾਹਦੇ ਉੱਪਰ ਪੈਰਾਫਿਨ ਪੇਪਰ ਸ਼ੀਟ ਦੇ ਉੱਪਰ ਇਸ ਤੋਂ ਜ਼ਿਆਦਾ ਜਿਹੜੇ ਸੀ ਕਿਤੇ ਪੈਰਾਫਿਨ ਪੇਪਰ ਸ਼ੀਟ ਲੈਣੀ ਹੈਗੀ ਹੈ ਐਂਡ ਦਾ 1 ਐਂਡ 2 ਇੰਸਟਾਲ ਆ ਵੀ ਆਰ ਕੇਅਰਫੁਲੀ ਬਰਸ਼ਡ ਔਨ ਟੂ ਦ ਲੀਵਸ ਅਸੀਂ ਫਿਰ ਉਹਦੇ ਉੱਪਰ ਕੀ ਪਾਣੇ ਹੈਗੇ ਇਹ ਲਾਵੀ ਜਿਹੜੇ ਪਾਣੇ ਹੈਗੇ ਅ ਸੈਕੰਡ ਸ਼ੀਟ ਆਫ ਪੈਰਾਫਿਨ ਪੇਪਰ ਇਜ਼ ਪਲੇਸਡ ਲੂਜ਼ਲੀ ਓਵਰ ਦ ਬੈੱਡ ਫਿਰ ਜਦੋਂ ਅਸੀਂ ਬੈੱਡ ਬਣਾਤਾ ਤਾਂ ਉਹਦੇ ਉੱਪਰ ਅਸੀਂ ਦਬਾ ਕੇ ਨਹੀਂ ਰੱਖਣਾ ਲੂਜ਼ਲੀ ਪੈਰਾਫਿਨ ਪੇਪਰ ਦੀ ਸ਼ੀਟ ਜਿਹੜੀ ਰਖਾ ਦੇਣੀ ਇਨ ਬਿਟਵੀਨ ਦ 2 ਸ਼ੀਟਸ ਦੋਨੋਂ ਸ਼ੀਟ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੀ ਸੈਕੰਡ ਸ਼ੀਟ ਰੱਖਣੀ ਹੈਗੀ ਆ ਐਂਡ ਔਨ ਆਲ ਸਾਈਡਸ ਵਾਟਰ ਸੋਕਡ ਫੋਮ ਰਬੜ ਸਟ੍ਰਿਪਸ ਲਗਾਉਣੀਆਂ ਹੈਗੀਆਂ ਠੀਕ ਹੈ ਇਹਨੂੰ ਜਾਂ ਅਸੀਂ ਵੈਟ ਨਿਊਜ਼ਪੇਪਰ ਵੀ ਰੱਖ ਸਕਦੇ ਹੈਗੇ ਆ ਐਂਡ ਪਲੇਸ ਟੂ ਮੇਨਟੇਨ ਦ ਹਿਊਮਿਡਿਟੀ ਮੋਸਟਲੀ ਅਗਰ ਹਿਊਮਿਡਿਟੀ ਅਗਰ ਅਸੀਂ ਮੇਨਟੇਨ ਕਰਨੀ ਹੈਗੀ ਮੈਨੂਅਲੀ ਤਾਂ ਅਸੀਂ ਕੀ ਕਰ ਸਕਦੇ ਅਖਬਾਰਾਂ ਗਿੱਲੀਆਂ ਕਰਕੇ ਸਾਈਡ 'ਤੇ ਰੱਖ ਸਕਦੇ ਹੈਗੇ ਜਾਂ ਫਿਰ ਅਸੀਂ ਰਬੜ ਸਟ੍ਰਿਪਸ ਵੀ ਆਉਂਦੀ ਹੈਗੀ ਉਹਨਾਂ ਨੂੰ ਵੀ ਸੋਕ ਕਰਕੇ ਲਗਾ ਸਕਦੇ ਜਿਹੜੀ ਓਲਡਰ 3 ਇਹ ਵਾਲੀ ਸਟੇਜ ਹੈਗੀ ਇਨ ਸਟਾਰਸ ਹੈਗੇ ਉਹਨਾਂ ਨੂੰ ਕੀ ਹੈਗਾ ਕੈਨ ਬੀ ਰੀਅਰਡ ਬਾਏ 3 ਮੈਥਡ 3 ਮੈਥਡ ਨਾਲ ਅਸੀਂ ਉਹਨੂੰ ਰੀਅਰਿੰਗ ਕਰ ਸਕਦੇ ਹੈਗੇ ਜਿੱਦਾਂ ਸ਼ੈਲਫ ਰੀਅਰਿੰਗ ਫਲੋਰ 'ਤੇ ਵੀ ਕਰ ਸਕਦੇ ਹਾਂ ਸ਼ੂਟ 'ਤੇ ਵੀ ਕਰ ਸਕਦੇ ਹਾਂ ਸ਼ੈਲਫ ਜਿੱਦਾਂ ਅਸੀਂ ਕਿੱਦਾਂ ਬਣਾ ਲਈਆਂ ਜਿਵੇਂ ਸਿਲਕ ਵੋਮ ਹੈਗੇ ਆ ਉਹਨਾਂ ਨੂੰ ਰਾਊਂਡ ਬੈਂਬੂ ਟਰੇ ਲੈ ਕੇ 1 ਬਾਏ 1 ਓਵਰ ਦਾ ਅਦਰ ਠੀਕ ਹੈ ਰਾਊਂਡ ਬੈਂਬੂ ਟਰੇਜ਼ ਬਣਾ ਲੈਣੀਆਂ ਅਸੀਂ ਉਹਦੇ ਉੱਪਰ ਇੱਕ ਦੇ ਉੱਪਰ ਇੱਕ ਟਾਇਰਸ ਦੇ ਫੋਰਮ ਦੇ ਵਿੱਚ ਅਸੀਂ ਉਹਦਾ ਸਟੈਂਡਿੰਗ ਅਦਰ ਇਨ ਟਾਇਰਸ ਔਨ ਰੀਅਰਿੰਗ ਸਟੈਂਡ ਦੇ ਉੱਪਰ ਲਾਵੀ ਜਿਹੜੀ ਹੈਗੀ ਉਹਨੂੰ ਚੌਪ ਲੀਵਸ ਦੇ ਨਾਲ ਅਸੀਂ ਫੈਡ ਕਰਨਾ ਹੈਗਾ ਅਤੇ ਜਿਹੜੇ ਫਲੋਰ ਜਿਹੜੇ ਹੈਗੇ ਉਹਦੇ ਵਿੱਚ ਕੀ ਕਰਨਾ ਫਿਕਸ ਰੀਅਰਿੰਗ ਸੀਟਸ ਹੋ ਜਾਣੀਆਂ ਜਾਂ ਬੈਂਚ ਹੋਣੇ ਹੈਗੇ ਉਹਦੇ ਵਿੱਚ 2 ਤੋਂ 3 ਟਾਇਰ ਆਊਟ ਆਫ ਵੂਡਨ ਔਰ ਬੈਂਬੂ ਸਟ੍ਰਿਪਸ ਯੂਜ਼ ਫਾਰ ਰੀਅਰਿੰਗ ਦਾ ਸਿਲਕ ਜਿਹੜੇ ਲੀਵਸ ਹੈਗੇ ਉਹ ਵੀ ਚੌਪ ਸਟੇਟ 'ਚ ਦੇਣੇ ਆ ਸ਼ੂਟ ਜਿਹੜੀ ਹੈਗੀ ਆ ਇਹ 'ਚ 1 meter wide any length long is single tire and larvae are often big shoots ਟਾਇਰ ਦਾ ਮਤਲਬ ਇੱਥੇ ਇੱਕ ਦੇ ਉੱਪਰ ਇੱਕ ਲੇਅਰ ਜਿਹੜੇ ਅਸੀਂ ਬਣਾਉਣੀ ਹੈਗੀ ਹੈ ਠੀਕ ਅਤੇ ਬੈੱਡ ਆਫ ਕਲੀਨਿੰਗ ਦਾ ਕੀ ਮਤਲਬ ਹੈਗਾ ਕਿ ਬੈੱਡ ਕਲੀਨਿੰਗ ਅਦਰ ਮੈਥਡ ਹੈਗਾ ਇਹਦੇ ਵਿੱਚ ਅਸੀਂ ਕਿੱਦਾਂ ਬੈੱਡ ਜਿਹੜਾ ਬਣਾ ਦਿੱਤਾ ਲੀਵਸ ਵਿਛਾ ਦਿੱਤੇ ਉਹਦੇ ਵਿੱਚ ਪੈਰਾਫਿਨ ਫਿਲਮ ਵੀ ਲਗਾ ਦਿੱਤੀ ਸੈਕਿੰਡ ਫਿਲਮ ਵੀ ਲਗਾ ਦਿੱਤੀ ਅਤੇ ਅਸੀਂ ਇਹਨੂੰ ਅਸੀਂ ਬੈੱਡ ਕਲੀਨ ਕਿੱਦਾਂ ਕਰਨਾ ਪੀਰੀਓਡਿਕਲੀ ਰਿਮੂਵ ਕਰਦੇ ਰਹਿਣਾ ਹੈਗਾ ਜਿੰਨੇ ਵੀ ਲੀਫ ਉਹਨਾਂ ਨੇ ਖਾ ਲਿੱਤੇ ਹੈਗੇ ਆ ਜੋ ਥੋੜ੍ਹੇ ਜਿਹੇ ਛੱਡ ਦਿੱਤੇ ਹੈਗੇ ਆ ਅਤੇ ਉਹਨਾਂ ਨੂੰ ਅਸੀਂ ਇਹਦਾ ਵਾਰਮ ਦਾ ਐਕਸਕ੍ਰੀਟਾ ਜਿਹੜਾ ਹੈ ਉਹਨੂੰ ਅਸੀਂ ਹਮੇਸ਼ਾ ਸਾਫ਼ ਰੱਖਣਾ ਹੈਗਾ
तो प्रॉपर ग्रोथ ऑफ ਲਾ भी ਅੰਡਰ ਹਾਈਜੀਨਿਕ ਕੰਡੀਸ਼ਨ ਕਰਨੀਆਂ ਹੈਗੀਆਂ। ਪ੍ਰੋਪਰ ਕਿੱਦਾਂ ਹੈਗਾ ਅਸੀਂ ਹਾਈਜੀਨਿਕ ਕੰਡੀਸ਼ਨ ਕਿੱਦਾਂ ਪ੍ਰੋਵਾਈਡ ਕਰ ਸਕਦੇ ਹਾਂ। ਕਨਵੈਨਸ਼ਨਲ ਮੈਥਡ ਹੈਗਾ, ਕਨਵੈਨਸ਼ਨਲ ਮੈਥਡ 'ਚ ਹੈ ਕਿ ਜਿਹੜੇ ਯੰਗ ਵੋਰਮਸ ਹੈਗੇ ਆ ਸਵੈਪ ਟੂਗੈਦਰ ਵਿਦ ਦ ਫੈਦਰ ਐਂਡ ਟਰਾਂਸਫਰਡ ਫਰੋਮ ਦਾ ਓਲਡ ਟੂ ਦਾ ਨਿਊ ਬੈੱਡ। ਅਸੀਂ ਅਗਰ ਉਹਨਾਂ ਨੂੰ ਨਵਿਆਂ ਨੂੰ ਜਿਹੜੇ ਹੈਗੇ ਆ ਨਵੇਂ ਬੈੱਡ 'ਤੇ ਜਿਹੜਾ ਹੈਗਾ ਥੋੜ੍ਹੀ ਦੇਰ ਬਾਅਦ ਅਗਰ ਟਰਾਂਸਫਰ ਕਰ ਦਾਂਗੇ ਉਹਨੂੰ ਅਸੀਂ ਕਹਿੰਦੇ ਕਨਵੈਨਸ਼ਨਲ ਮੈਥਡ। ਅਤੇ ਜਿਹੜੇ ਹਸਕ ਮੈਥਡ ਆ, ਹਸਕ ਦੇ ਵਿੱਚ ਕੀ ਹੈਗਾ ਕਿ ਅ ਥਿਨ ਐਂਡ ਈਵਨ ਲੇਅਰ ਆਫ ਪੈਡੀ ਹਸਕ। ਠੀਕ ਹੈ, ਪੈਡੀ ਹਸਕ ਪਤਾ ਹੈ ਤੁਹਾਨੂੰ, ਚਾਵਲਾਂ ਦੀ ਜਿਹੜੀ ਹੁੰਦਾ ਹੈਗਾ ਉੱਪਰ ਵਾਲਾ ਛਿਲਕਾ, ਉਹਨੂੰ ਸਪ੍ਰਿੰਕਲ ਅਸੀਂ ਕਰਨਾ ਹੈਗਾ। ਕਾਹਤੇ ਸਪ੍ਰਿੰਕਲ ਕਰਨਾ? ਬੈੱਡ ਦੇ ਉੱਪਰ। ਟੂ ਬੀ ਚੇਂਜਡ ਐਂਡ ਦ ਚੌਪਡ ਲੀਵਸ ਆਰ ਸਕੈਟਰਡ ਔਨ ਦਾ ਹਸਕ। ਹਸਕ ਥੱਲੇ ਹਸਕ ਰੱਖਣੀ ਕਿ ਉੱਪਰ ਅਸੀਂ ਉਹਦੇ ਚੌਪਡ ਉਹ ਕਰ ਦੇਣਾ ਹੈ। ਵਾਰਮ ਜਿਹੜੇ ਹੈਗੇ ਆ ਉਹ ਕਰਾਊਲ ਅੱਛੀ ਤਰ੍ਹਾਂ ਕਰਨਗੇ ਥਰੂ ਦਾ ਹਸਕ ਟੂ ਗੈਟ ਇਟ ਅ ਫੀਡ ਫਰੋਮ ਵੇਅਰ ਦੇ ਕੈਨ ਮੂਵ ਟੂ ਦਾ ਨਿਊ ਟਰੀ। ਨੈਟ ਮੈਥਡ ਦਾ ਵੀ ਕਰ ਸਕਦੇ ਹਾਂ। ਨੈਟ ਮੈਥਡ 'ਚ ਕੀ ਹੈਗਾ, ਕਾਟਨ ਜਾਂ ਨਾਈਲੋਨ ਦਾ ਜਿਹੜਾ ਨੈਟ ਹੈਗਾ ਉਹਦਾ ਮੈਸ਼ ਸਾਈਜ਼ ਦੇਖ ਕੇ ਆਪਾਂ ਕੀ ਕਰਨਾ ਹੈਗਾ, ਸਪਰੈਡ ਓਵਰ ਦਾ ਓਲਡ ਬੈੱਡ ਐਂਡ ਲੀਵਸ ਸਕੈਟਰਡ ਔਨ। ਉਹਦੇ ਉੱਪਰ ਅਸੀਂ ਨੈਟ ਦੇ ਉੱਪਰ ਲੀਵਸ ਜਿਹੜੇ ਹੈਗੇ ਆ ਵਿਛਾ ਦੇਣੇ ਹੈਗੇ ਆ। ਅਤੇ ਉਹਦੇ ਨਾਲ ਕੀ ਨਾ ਲਾਰਵੀ ਮਾਈਗ੍ਰੇਟ ਟੂ ਦ ਨੈਟ ਇਨ ਸਰਚ ਆਫ ਫਰੈਸ਼ ਲੀਵਸ ਐਂਡ ਕੈਨ ਬੀ ਕਲੈਕਟ ਐਂਡ ਟਰਾਂਸਫਰ ਟੂ ਅ ਨਿਊ ਬੈੱਡ। ਕੰਬਾਈਨਡ ਹਸਕ ਐਂਡ ਨੈਟ ਮੈਟਰ ਦੋਨਾਂ ਨੂੰ ਅਸੀਂ ਨੈਟ ਔਰ ਕੰਬਾਈਨਡ ਹਸਕ ਨੂੰ ਵੀ ਯੂਜ਼ ਕਰ ਸਕਦੇ ਹਾਂ। ਅਤੇ ਓਵਰ ਕਰਾਉਲਿੰਗ ਨਾ ਹੋਵੇ ਜਾਂ ਓਵਰ ਕਰਾਊਡਿੰਗ ਕੈਟਰਪਿਲਰਸ ਦੀ ਜਿਹੜੀ ਹੈਗੀ ਨਾ ਹੋਵੇ। ਅਤੇ ਇਹਦੇ ਵਾਸਤੇ ਅਸੀਂ ਕੀ ਹੈਗਾ, ਅਸੀਂ ਸਾਈਜ਼ ਆਫ ਫੀਡਿੰਗ ਟਰੇ ਜਿਹੜਾ ਹੈਗਾ ਜਾਂ ਫਿਰ ਏਰੀਆ ਜਿਹੜਾ ਹੈਗਾ ਵਿਦ ਗਰੋਥ ਆਫ ਇਨਸੈਕਟ ਉਹਨੂੰ ਸਾਨੂੰ ਵਧਾਉਣਾ ਪਏਗਾ। ਉਹਨੂੰ ਅਸੀਂ ਸਪੇਸਿੰਗ ਕਹਿੰਦੇ ਹੈਗੇ ਆ। ਰੇਅਰਿੰਗ ਸਪੇਸ ਜਿਹੜੀ ਹੈਗੀ ਉਹ ਡਬਲ ਹੋਣੀ ਚਾਹੀਦੀ ਹੈਗੀ ਆ, 2 ਤੋਂ 3 ਟਾਈਮ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ ਪੁਰਾਣੇ ਜਾਂ ਵੀ ਸਟਾਰਸ ਇੰਸਟਾਰਸ ਦੇ ਨਾਲ। ਅਤੇ 2 ਟਾਈਮਸ ਜ਼ਿਆਦਾ ਹੋਣੀ ਚਾਹੀਦੀ ਹੈਗੀ ਆ। 1 2 3 4 ਲਈ 2 ਟਾਈਮਸ ਹੋਣੀ ਚਾਹੀਦੀ ਹੈ। 1 2 3 ਵਾਸਤੇ ਕੀ ਹੋਣੀ ਚਾਹੀਦੀ ਹੈ, 2 ਟਾਈਮਸ ਹੋਣੀ ਚਾਹੀਦੀ। 4 ਔਰ 5 ਵਾਸਤੇ 2 ਟਾਈਮਸ ਹੋਣੀ ਚਾਹੀਦੀ ਹੈ। ਮੋਲਟਿੰਗ ਐਂਡ ਮਾਊਂਟਿੰਗ ਕਿੱਦਾਂ ਕਰਨੀ ਹੈਗੀ ਆ। ਮੋਲਟਿੰਗ ਜਿਹੜੀ ਹੈਗੀ ਆ ਕ੍ਰਿਟੀਕਲ ਈਵੈਂਟ ਹੈਗੀ ਇਨ ਦਾ ਲਾਈਫ ਆਫ ਕੈਟਰਪਿਲਰ। ਸੋ ਇਹ ਮੋਲਟ ਜਦੋਂ ਕਰਦੇ ਹੈਗੇ ਲੀਵ ਸ਼ੁੱਡ ਬੀ ਚੌਪਡ ਟੂ ਸਮਾਲ ਸਾਈਜ਼। ਉਦੋਂ ਅਸੀਂ ਲੀਵਸ ਦਾ ਸਾਈਜ਼ ਵੀ ਛੋਟਾ ਕਰ ਦੇਣਾ ਹੈਗਾ। ਇਹਨੂੰ ਅਸੀਂ ਪ੍ਰੀ ਮੋਲਟ ਫੀਡਿੰਗ ਕਹਿੰਦੇ ਹੈਗੇ। ਤਾਂ ਫੀਡਿੰਗ ਐਕਟੀਵਿਟੀ ਸਟੋਪ ਕਰ ਦੇਣੀ ਹੈ ਜਦੋਂ ਲਾਰਵਾ ਜਿਹੜਾ ਸੈਟਲ ਡਾਊਨ ਹੋ ਜਾਂਦਾ ਹੈਗਾ ਫॉर ਮੋਲਟਿੰਗ। ਤਾਂ ਆਫਟਰ ਦਾ ਲਾਸਟ ਫੀਡ 'ਚ ਕੀ ਹੋਏਗਾ, ਇਟ ਇਜ਼ ਐਡਵਾਈਜ਼ੇਬਲ ਟੂ ਸਪ੍ਰਿੰਕਲ ਸਮ ਲਾਈਮ ਪਾਊਡਰ ਵਿਚ ਪ੍ਰੀਵੈਂਟ ਦਾ ਅਰਲੀ ਲਾਰਵਾ ਫਰੋਮ ਫੀਡਿੰਗ ਐਂਡ ਹੈਂਸ ਇੰਸ਼ੋਰਿੰਗ ਯੂਨੀਫਾਰਮ ਗਰੋਥ। ਅਤੇ ਅਸੀਂ ਕਿਵੇਂ ਕਰ ਸਕਦੇ ਹਾਂ, ਬ੍ਰਾਂਚ ਮੈਥਡ ਨਾਲ ਔਰ ਨੈਟ ਮੈਥਡ ਨਾਲ। ਬ੍ਰਾਂਚਿਸ ਦੇ ਵਿੱਚ ਅਸੀਂ ਕਹਿੰਦੇ ਮਲਬਰੀ ਦੀਆਂ ਬ੍ਰਾਂਚਿਸ ਲੈ ਕੇ ਜਿਹਦੇ ਨਾਲ ਕਿ ਗ੍ਰੀਨ ਲੀਵਸ ਹੈਗੇ ਉਹਨਾਂ ਨੂੰ ਅਸੀਂ ਰੇਅਰਿੰਗ ਬੈੱਡ ਦੇ ਉੱਪਰ ਰੱਖ ਦੇਣਾ। ਜਦੋਂ ਵਾਰਮ ਕਰਾਊਲ ਕਰਦੇ ਹੈਗੇ ਔਨ ਦੈਮ ਦੇ ਕੈਨ ਸ਼ੇਕਨ ਆਫ ਔਨ ਅ ਨੈਟ ਐਂਡ ਟਰਾਂਸਫਰ ਟੂ ਦਾ ਔਨਟੇਜ। ਉਹਨੂੰ ਅਸੀਂ ਨੈਟ ਦੇ ਉੱਪਰ ਲੈ ਜਾਣਾ ਹੈਗਾ। ਅਤੇ ਉਸ ਤੋਂ ਬਾਅਦ ਨੈਟ ਮੈਥਡ 'ਚ ਕੀ ਹੈਗਾ, ਨੈਟ ਇਜ਼ ਸਪਰੈਡ ਓਵਰ ਦਾ ਬੈੱਡ ਆਫਟਰ ਫੀਡਿੰਗ। ਦ ਨੋਨ ਫੀਡਿੰਗ ਵਾਰਮ came up and crawl onto the net which is then shaken on a mat and leaves transferred to the montage. So this is how we can rear the larva in the different stages of larva, different sizes of larva on a bed.